ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਗਣਿਤ ਵਿਸ਼ੇ ਵਿੱਚ ਅਸੀਂ ਅਧਿਆਇ 7 ਕਰ ਰਹੇ ਹਾਂ, ਰੇਖਾ ਗਣਿਤ। ਅੱਜ ਦੀ ਕਲਾਸ ਵਿੱਚ ਅਸੀਂ ਕੁਝ ਨਵਾਂ ਸਿੱਖਦੇ ਹੋਏ ਵੱਖ-ਵੱਖ ਉਦਾਹਰਨਾਂ ਰਾਹੀਂ ਸਮਮਿਤੀ ਆਕ੍ਰਿਤੀਆਂ ਅਤੇ ਸਮਮਿਤੀ ਰੇਖਾ ਬਾਰੇ ਜਾਣਾਂਗੇ। ਆਓ ਅਸੀਂ ਸ਼ੁਰੂ ਕਰਦੇ ਹਾਂ। ਪਿਆਰੇ ਬੱਚਿਓ, ਜਦੋਂ ਤੁਸੀਂ ਸ਼ੀਸ਼ੇ ਸਾਹਮਣੇ ਖੜੇ ਹੁੰਦੇ ਹੋ ਤਾਂ ਤੁਹਾਨੂੰ ਆਪਣੇ ਜਿਹੀ ਇੱਕ ਹੋਰ ਆਕ੍ਰਿਤੀ ਨਜ਼ਰ ਆਉਂਦੀ ਹੈ। ਇਹ ਤੁਹਾਡੀ ਦਰਪਣ ਆਕ੍ਰਿਤੀ ਹੈ ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਹੱਥ ਅਤੇ ਇਸ ਦੀ ਦਰਪਣ ਆਕ੍ਰਿਤੀ ਦਾ ਮਾਪ ਬਿਲਕੁਲ ਬਰਾਬਰ ਹੈ। ਤਾਂ ਬੱਚਿਓ, ਬਰਾਬਰ ਮਾਪ ਵਾਲੀਆਂ ਆਕ੍ਰਿਤੀਆਂ ਨੂੰ ਸਮਮਿਤੀ ਆਕ੍ਰਿਤੀ ਕਿਹਾ ਜਾਂਦਾ ਹੈ। ਸਮਮਿਤੀ ਭਾਵ ਬਰਾਬਰ ਮਾਪ। ਅਸੀਂ ਆਪਣੇ ਆਲੇ ਦੁਆਲੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਆਕ੍ਰਿਤੀਆਂ ਦੇਖਦੇ ਹਾਂ ਜੋ ਕਿ ਇੱਕ ਦੂਜੇ ਦੀਆਂ ਦਰਪਣ ਆਕ੍ਰਿਤੀਆਂ ਨਜ਼ਰ ਆਉਂਦੀਆਂ ਹਨ। ਇਹ ਸਾਰੀਆਂ ਸਮਮਿਤੀ ਆਕ੍ਰਿਤੀਆਂ ਹਨ। ਪਿਆਰੇ ਬੱਚਿਓ, ਇੱਕ ਹੀ ਆਕ੍ਰਿਤੀ ਦੇ ਵੱਖ-ਵੱਖ ਭਾਗ ਵੀ ਇੱਕ ਦੂਜੇ ਦੇ ਸਮਮਿਤੀ ਹੋ ਸਕਦੇ ਹਨ। ਜਿਵੇਂ ਕਿ ਇਸ ਫੁੱਲ ਨੂੰ ਅਸੀਂ ਇੱਕ ਰੇਖਾ ਦੀ ਸਹਾਇਤਾ ਨਾਲ ਦੋ ਬਰਾਬਰ ਭਾਗਾਂ ਵਿੱਚ ਵੰਡ ਦਈਏ ਤਾਂ ਇਸ ਦਾ ਇੱਕ ਭਾਗ ਦੂਜੇ ਭਾਗ ਨੂੰ ਪੂਰੀ ਤਰ੍ਹਾਂ ਨਾਲ ਢੱਕ ਲੈਂਦਾ ਹੈ। ਇਸ ਲਈ ਬੱਚਿਓ, ਇਹ ਇੱਕ ਸਮਮਿਤੀ ਆਕ੍ਰਿਤੀ ਹੈ ਅਤੇ ਉਹ ਰੇਖਾ ਜੋ ਇਸ ਆਕ੍ਰਿਤੀ ਨੂੰ ਦੋ ਬਰਾਬਰ ਇੱਕੋ ਜਿਹੇ ਭਾਗਾਂ ਵਿੱਚ ਵੰਡਦੀ ਹੈ, ਇਸ ਨੂੰ ਸਮਮਿਤੀ ਰੇਖਾ ਕਿਹਾ ਜਾਂਦਾ ਹੈ। ਹੁਣ ਅਸੀਂ ਇੱਕ ਹੋਰ ਉਦਾਹਰਨ ਲੈਂਦੇ ਹਾਂ। ਤਿਤਲੀ ਨੂੰ ਇੱਕ ਰੇਖਾ ਦੀ ਸਹਾਇਤਾ ਨਾਲ ਦੋ ਬਰਾਬਰ ਭਾਗਾਂ ਵਿੱਚ ਵੰਡਣ ਤੇ ਇੱਕ ਭਾਗ ਦੂਜੇ ਭਾਗ ਨੂੰ ਪੂਰੀ ਤਰ੍ਹਾਂ ਨਾਲ ਢੱਕ ਲੈਂਦਾ ਹੈ। ਤਾਂ ਬੱਚਿਓ, ਇਹ ਕਿਹੜੀ ਆਕ੍ਰਿਤੀ ਹੋਈ? ਮੈਡਮ ਜੀ, ਸਮਮਿਤੀ ਆਕ੍ਰਿਤੀ। ਹਾਂਜੀ, ਅਤੇ ਇਸ ਆਕ੍ਰਿਤੀ ਨੂੰ ਬਰਾਬਰ ਇੱਕੋ ਜਿਹੇ ਭਾਗਾਂ ਵਿੱਚ ਵੰਡਣ ਵਾਲੀ ਇਸ ਰੇਖਾ ਨੂੰ ਕੀ ਕਹਾਂਗੇ? ਮੈਡਮ ਜੀ, ਸਮਮਿਤੀ ਰੇਖਾ। ਸ਼ਾਬਾਸ਼। ਆਓ ਅਸੀਂ ਸਮਮਿਤੀ ਰੇਖਾ ਬਾਰੇ ਹੋਰ ਜਾਣਦੇ ਹਾਂ। ਅਸੀਂ ਇੱਕ ਆਇਤਾਕਾਰ ਕਾਗਜ਼ ਨੂੰ ਲੰਬਾਈ ਵਾਲੇ ਪਾਸੇ ਤੋਂ ਅੱਧ ਤੇ ਮੋੜਾਂਗੇ ਤਾਂ ਕਾਗਜ਼ ਵਿੱਚ ਜਿਸ ਥਾਂ ਤੇ ਤਹਿ ਬਣੇਗੀ ਉਹ ਸਮਮਿਤੀ ਰੇਖਾ ਹੈ, ਕਿਉਂਕਿ ਇਹ ਰੇਖਾ ਕਾਗਜ਼ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ। ਜਦੋਂ ਅਸੀਂ ਇਸ ਕਾਗਜ਼ ਨੂੰ ਚੌੜਾਈ ਵਾਲੇ ਪਾਸੇ ਤੋਂ ਅੱਧ ਤੇ ਮੋੜਾਂਗੇ ਤਾਂ ਇਸ ਪਾਸੇ ਵੀ ਜੋ ਰੇਖਾ ਬਣ ਰਹੀ ਹੈ ਉਹ ਵੀ ਸਮਮਿਤੀ ਰੇਖਾ ਹੈ, ਕਿਉਂਕਿ ਇਹ ਵੀ ਕਾਗਜ਼ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਰਹੀ ਹੈ। ਤਾਂ ਬੱਚਿਓ, ਇਸ ਤਰ੍ਹਾਂ ਅਸੀਂ ਜਾਣਿਆ ਕਿ ਆਇਤਾਕਾਰ ਕਾਗਜ਼ ਦੀਆਂ ਦੋ ਸਮਮਿਤੀ ਰੇਖਾਵਾਂ ਹਨ। ਬਰਾਬਰ ਭੁਜਾਵਾਂ ਵਾਲੀ ਤਿਕੋਣ ਦੀਆਂ ਤਿੰਨ ਸਮਮਿਤੀ ਰੇਖਾਵਾਂ ਹੁੰਦੀਆਂ ਹਨ। ਤੁਸੀਂ ਦੇਖੋ, ਜਦੋਂ ਇਹਨਾਂ ਸਮਮਿਤੀ ਰੇਖਾਵਾਂ ਤੇ ਤਿਕੋਣ ਨੂੰ ਮੋੜਿਆ ਜਾਂਦਾ ਹੈ ਤਾਂ ਇਸ ਦਾ ਇੱਕ ਭਾਗ ਦੂਜੇ ਭਾਗ ਨੂੰ ਪੂਰੀ ਤਰ੍ਹਾਂ ਨਾਲ ਢੱਕ ਲੈਂਦਾ ਹੈ। ਇਸੇ ਤਰ੍ਹਾਂ ਬੱਚਿਓ, ਵਰਗਾਕਾਰ ਆਕ੍ਰਿਤੀਆਂ ਵਿੱਚ 1, 2, 3 ਅਤੇ 4 ਸਮਮਿਤੀ ਰੇਖਾਵਾਂ ਬਣਦੀਆਂ ਹਨ। ਇਸੇ ਆਧਾਰ ਤੇ ਹੁਣ ਅਸੀਂ ਕੁਝ ਸਵਾਲ ਹੱਲ ਕਰਦੇ ਹਾਂ। ਇੱਥੇ ਆਪਾਂ ਨੂੰ 4 ਆਕ੍ਰਿਤੀਆਂ ਦਿੱਤੀਆਂ ਹੋਈਆਂ ਹਨ ਅਤੇ ਅਸੀਂ ਸਮਮਿਤੀ ਆਕ੍ਰਿਤੀ ਉੱਪਰ ਚੱਕਰ ਲਗਾਉਣਾ ਹੈ। ਇਸ ਲਈ ਅਸੀਂ ਇਹਨਾਂ ਆਕ੍ਰਿਤੀਆਂ ਨੂੰ ਬਰਾਬਰ ਭਾਗਾਂ ਵਿੱਚ ਵੰਡਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਦੇਖਿਆ ਕਿ ਪੱਖੇ ਦੀ ਆਕ੍ਰਿਤੀ ਨੂੰ ਜਦ ਲੰਬਾਈ ਵਾਲੇ ਪਾਸੇ ਤੋਂ ਦੋ ਬਰਾਬਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਦੋਨੋਂ ਭਾਗ ਇੱਕ ਦੂਜੇ ਦੀ ਦਰਪਣ ਸ਼ਕਲ ਹਨ। ਇਸੇ ਤਰ੍ਹਾਂ ਜਹਾਜ਼ ਦੀ ਆਕ੍ਰਿਤੀ ਨੂੰ ਵੀ ਲੰਬਾਈ ਵਾਲੇ ਪਾਸੇ ਤੋਂ ਦੋ ਬਰਾਬਰ ਭਾਗਾਂ ਵਿੱਚ ਵੰਡਣ ਤੇ ਦੋਨੋਂ ਭਾਗ ਇੱਕ ਦੂਜੇ ਦੀ ਦਰਪਣ ਸ਼ਕਲ ਹਨ। ਪਰ ਬੱਚਿਓ, ਜਦੋਂ ਅਸੀਂ ਕੱਪ ਅਤੇ ਦਰਖਤ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦੋਨੋਂ ਭਾਗ ਇੱਕ ਦੂਜੇ ਦੀ ਦਰਪਣ ਸ਼ਕਲ ਨਹੀਂ ਹਨ। ਇਸ ਲਈ ਇਹਨਾਂ ਆਕ੍ਰਿਤੀਆਂ ਵਿੱਚੋਂ ਪੱਖਾ ਅਤੇ ਜਹਾਜ਼ ਸਮਮਿਤੀ ਆਕ੍ਰਿਤੀਆਂ ਹਨ ਅਤੇ ਅਸੀਂ ਇਹਨਾਂ ਉੱਪਰ ਚੱਕਰ ਲਗਾਵਾਂਗੇ। ਆਓ ਬੱਚਿਓ, ਹੁਣ ਅਸੀਂ ਆਕ੍ਰਿਤੀਆਂ ਵਿੱਚ ਸਮਮਿਤੀ ਰੇਖਾ ਬਣਾਉਣੀ ਸਿੱਖਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕੋਲ ਹੈ ਅੰਗਰੇਜ਼ੀ ਦਾ ਅੱਖਰ K। ਇਸ ਆਕ੍ਰਿਤੀ ਨੂੰ ਅਸੀਂ ਚੌੜਾਈ ਵਾਲੇ ਪਾਸੇ ਤੋਂ ਦੋ ਬਰਾਬਰ ਇੱਕੋ ਜਿਹੇ ਭਾਗਾਂ ਵਿੱਚ ਵੰਡ ਸਕਦੇ ਹਾਂ, ਪਰੰਤੂ ਕਿਸੇ ਹੋਰ ਪਾਸੇ ਤੋਂ ਇਸ ਆਕ੍ਰਿਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਨਹੀਂ ਵੰਡਿਆ ਜਾ ਸਕਦਾ। ਤਾਂ ਬੱਚਿਓ, K ਵਿੱਚ ਕੇਵਲ ਇੱਕ ਹੀ ਸਮਮਿਤੀ ਰੇਖਾ ਬਣੇਗੀ। ਅਗਲੀ ਆਕ੍ਰਿਤੀ ਹੈ ਬਲਬ। ਬਲਬ ਨੂੰ ਅਸੀਂ ਲੰਬਾਈ ਵਾਲੇ ਪਾਸੇ ਤੋਂ ਦੋ ਬਰਾਬਰ ਇੱਕੋ ਜਿਹੇ ਭਾਗਾਂ ਵਿੱਚ ਵੰਡ ਸਕਦੇ ਹਾਂ, ਪਰੰਤੂ
ਹੋਰ ਕਿਸੇ ਪਾਸੇ ਤੋਂ ਬਲਬ ਨੂੰ ਦੋ ਬਰਾਬਰ ਭਾਗਾਂ ਵਿੱਚ ਨਹੀਂ ਵੰਡਿਆ ਜਾ ਸਕਦਾ। ਤਾਂ ਬੱਚਿਓ, ਬਲਬ ਵਿੱਚ ਵੀ ਇੱਕ ਹੀ ਸਮਮਿਤੀ ਰੇਖਾ ਬਣੇਗੀ। ਅਗਲੀ ਆਕ੍ਰਿਤੀ ਹੈ ਚੱਕਰ। ਇਸ ਵਿੱਚ ਸਾਨੂੰ ਬਹੁਤ ਸਾਰੇ ਵਿਆਸ ਦਿੱਤੇ ਹੋਏ ਹਨ। ਪਿਆਰੇ ਬੱਚਿਓ, ਹਰ ਉਹ ਰੇਖਾ ਜੋ ਚੱਕਰ ਦੇ ਕੇਂਦਰ ਬਿੰਦੂ ਵਿੱਚੋਂ ਨਿਕਲਦੀ ਹੈ, ਉਹ ਚੱਕਰ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ, ਭਾਵੇਂ ਕਿ ਉਹ ਰੇਖਾ ਕਿਸੇ ਵੀ ਪਾਸੇ ਤੋਂ ਬਣਾਈ ਜਾਵੇ। ਤਾਂ ਬੱਚਿਓ, ਇਸ ਆਕ੍ਰਿਤੀ ਵਿੱਚ ਦਰਸਾਈਆਂ ਗਈਆਂ ਸਾਰੀਆਂ ਹੀ ਰੇਖਾਵਾਂ ਇਸ ਦੀਆਂ ਸਮਮਿਤੀ ਰੇਖਾਵਾਂ ਹਨ ਅਤੇ ਇਹਨਾਂ ਦੇ ਇਲਾਵਾ ਹੋਰ ਸਮਮਿਤੀ ਰੇਖਾਵਾਂ ਵੀ ਬਣਾਈਆਂ ਜਾ ਸਕਦੀਆਂ ਹਨ। ਤਾਂ ਬੱਚਿਓ, ਚੱਕਰ ਅਤੇ ਗੋਲਾਕਾਰ ਆਕ੍ਰਿਤੀਆਂ ਵਿੱਚ ਅਨੰਤ ਸਮਮਿਤੀ ਰੇਖਾਵਾਂ ਬਣਦੀਆਂ ਹਨ। ਸੋ ਬੱਚਿਓ, ਅੱਜ ਅਸੀਂ ਸਮਮਿਤੀ ਆਕ੍ਰਿਤੀਆਂ ਅਤੇ ਸਮਮਿਤੀ ਰੇਖਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਘਰ ਦੇ ਕੰਮ ਵਿੱਚ ਤੁਸੀਂ ਇਸੇ ਆਧਾਰ ਤੇ ਅਭਿਆਸ 7.3 ਦੇ ਪ੍ਰਸ਼ਨ 1 ਤੋਂ ਪ੍ਰਸ਼ਨ 4 ਤੱਕ ਸਾਰੇ ਸਵਾਲ ਹੱਲ ਕਰਨੇ ਹਨ। ਧੰਨਵਾਦ।